ਹੈਲੋ ਸਟੂਡੈਂਟਸ, ਟੀਵੀ ਸਕੂਲ ਦੇ ਸਾਰੇ ਵਿਦਿਆਰਥੀਆਂ ਦਾ ਮੈਂ ਮੈਥਸ ਦੀ ਕਲਾਸ ਦੇ ਵਿੱਚ ਸਵਾਗਤ ਕਰ ਰਹੀ ਹਾਂ। ਸੋ ਅੱਜ ਦੇ ਲੈਸਨ ਦੇ ਵਿੱਚ ਅਸੀਂ ਪੜਾਂਗੇ 10th ਕਲਾਸ ਦਾ ਮੈਥਸ ਤੇ ਅਸੀਂ ਸ਼ੁਰੂ ਕੀਤਾ ਹੈ ਚੈਪਟਰ ਨੰਬਰ 5 ਅਰਿਥਮੈਟਿਕ ਪ੍ਰੋਗਰੈਸ਼ਨ। ਸੋ ਸਾਡਾ ਜੋ ਚੈਪਟਰ ਹੈ ਅਰਿਥਮੈਟਿਕ ਪ੍ਰੋਗਰੈਸ਼ਨ, ਸਭ ਤੋਂ ਪਹਿਲਾਂ ਤਾਂ ਜੋ ਸਾਡੇ ਚੈਪਟਰ ਦਾ ਨਾਮ ਹੈ ਇਹਦਾ ਮੀਨਿੰਗ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਕਹਿੰਦਾ ਇਹ। ਅਰਿਥਮੈਟਿਕ ਦਾ ਮਤਲਬ ਕੀ ਹੁੰਦਾ ਹੈ, ਇਹ ਹੁਣ ਤੱਕ ਤੁਹਾਨੂੰ ਸਮਝ ਲੱਗ ਗਿਆ ਹੋਣਾ ਕਿ ਅਰਿਥਮੈਟਿਕ ਮਤਲਬ ਸਾਡੇ ਜਿਹੜੇ ਮੈਥ ਦੇ ਸਿੰਬਲਸ ਨੇ, ਜਿਵੇਂ ਪਲੱਸ ਮਾਈਨਸ ਮਲਟੀਪਲਾਈ ਤੇ ਡਿਵਾਈਡ, ਜਿਨ੍ਹਾਂ ਨੂੰ ਅਸੀਂ ਅਰਿਥਮੈਟਿਕ ਕਹਿੰਦੇ ਹਾਂ। ਤੇ ਪ੍ਰੋਗਰੈਸ਼ਨ ਮਤਲਬ ਕੋਈ ਚੀਜ਼ ਜਿਹੜੀ ਕਿ ਪ੍ਰੋਗਰੈਸ ਕਰ ਰਹੀ ਹੈ। ਠੀਕ ਹੈ, ਪ੍ਰੋਗਰੈਸ ਕਰ ਰਹੀ ਹੈ ਮਤਲਬ ਅੱਗੇ ਦੀ ਅੱਗੇ ਚੱਲਦੀ ਜਾ ਰਹੀ ਹੈ। ਜਿਵੇਂ ਕੋਈ ਸਟੇਅਰਸ ਹੁੰਦੀਆਂ, ਠੀਕ ਹੈ, ਸਟੇਅਰਸ ਹੁੰਦੀਆਂ, ਪੌੜੀਆਂ ਹੁੰਦੀਆਂ। ਪੌੜੀਆਂ ਕੀ ਹੁੰਦੀਆਂ, ਪਹਿਲਾਂ ਇੱਕ ਸਟੈਪ ਆਉਂਦਾ ਹੈ, ਫਿਰ ਦੂਜਾ ਸਟੈਪ, ਫਿਰ ਤੀਜਾ ਸਟੈਪ, ਫਿਰ ਚੌਥਾ ਸਟੈਪ, ਫਿਰ ਪੰਜਵਾਂ ਸਟੈਪ, ਫਿਰ ਛੇਵਾਂ ਸਟੈਪ, ਚਲਦੀਆਂ ਜਾਂਦੀਆਂ ਨੇ। ਠੀਕ ਹੈ, ਪੌੜੀਆਂ ਦੇ ਵਿੱਚ ਸਟੈਪਸ ਹੁੰਦੇ ਨੇ, ਫਸਟ ਸਟੈਪ, ਸੈਕਿੰਡ, ਥਰਡ, ਫੋਰਥ, ਫਿਫਥ, ਸਿਕਸਥ। ਸੋ ਚੱਲਦੇ ਜਾ ਰਹੇ। ਜਾਂ ਕੋਈ ਪੈਟਰਨ ਹੈ, ਜਿਵੇਂ ਇੱਕ ਪਰਟੀਕੂਲਰ ਪੈਟਰਨ ਹੈ। ਪੈਟਰਨ ਮਤਲਬ ਜਿਵੇਂ ਤੁਸੀਂ ਪਹਿਲਾਂ ਇੱਕ ਡਿਜ਼ਾਈਨ ਡਰਾ ਕੀਤਾ, ਫਿਰ ਦੋ ਡਿਜ਼ਾਈਨ ਡਰਾ ਕਰ ਲਏ, ਫਿਰ ਇੱਕ ਡਿਜ਼ਾਈਨ ਡਰਾ ਕਰ ਲਿਆ, ਫਿਰ ਦੋ ਡਿਜ਼ਾਈਨ ਕਰ ਲਿਆ। ਸੋ ਹੁਣ ਇਸ ਤੋਂ ਅਗਲਾ ਨੰਬਰ ਕੀ ਹੋਊਗਾ, ਇੱਕ। ਉਸ ਤੋਂ ਦੂਸਰਾ ਦੋ, ਫਿਰ ਇੱਕ, ਫਿਰ ਦੋ। ਮਤਲਬ ਇਸ ਤਰ੍ਹਾਂ ਪੈਟਰਨ ਚੱਲਦਾ ਜਾਏਗਾ। ਠੀਕ ਹੈ, ਸੋ ਇਹ ਪ੍ਰੋਗਰੈਸ ਕਰਦਾ ਜਾ ਰਿਹਾ। ਸੋ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਇੱਕ ਪ੍ਰੋਗਰੈਸ਼ਨ ਹੈ। ਇਸੇ ਤਰ੍ਹਾਂ ਮੈਥਸ ਦੇ ਵਿੱਚ ਅਰਿਥਮੈਟਿਕ ਪ੍ਰੋਗਰੈਸ਼ਨ ਬਣਦੇ। ਮੈਥਸ ਦੇ ਵਿੱਚ ਅਰਿਥਮੈਟਿਕ ਪ੍ਰੋਗਰੈਸ਼ਨ ਕਿਵੇਂ ਬਣਦੇ ਆ ਉਹਨੂੰ ਸਮਝਣ ਲਈ ਆਪਾਂ ਇੱਕ ਐਗਜ਼ਾਮਪਲ ਡਿਸਕਸ ਕਰਦੇ ਹਾਂ। ਸਪੋਜ਼ ਕਰੋ ਕਿ ਰਾਹੁਲ ਹੈ, ਠੀਕ ਹੈ, ਜੋ ਕਿ ਜੌਬ ਕਰਦਾ ਤੇ ਉਹਦੀ ਸੈਲਰੀ ਹੈ 5000 ਰੁਪਏ। ਸੋ ਸਭ ਤੋਂ ਪਹਿਲੇ ਸਾਲ ਜਿਹੜੀ ਉਹਨੂੰ ਸੈਲਰੀ ਮਿਲਣੀ ਆ ਉਹ ਹੈ 5000 ਰੁਪਏ। ਉਸ ਤੋਂ ਬਾਅਦ ਹਰ ਸਾਲ ਉਹਨੂੰ 1000 ਰੁਪਏ ਦਾ ਇੰਕਰੀਮੈਂਟ ਮਿਲਦਾ ਰਹਿਣਾ। ਮਤਲਬ ਪਹਿਲੇ ਸਾਲ ਉਹਨੂੰ 5000 ਰੁਪੀਜ਼ ਮਿਲਣੇ, ਉਸ ਤੋਂ ਬਾਅਦ ਹਰ ਸਾਲ 1000 ਰੁਪਏ ਦਾ ਉਹਨੂੰ ਇੰਕਰੀਮੈਂਟ ਹੁੰਦਾ ਰਹੇਗਾ। ਸੋ ਫਸਟ ਈਅਰ, ਪਹਿਲੇ ਸਾਲ 'ਚ ਉਹਦੀ ਸੈਲਰੀ ਕਿੰਨੀ ਹੋਊਗੀ, 5000। ਸੈਕਿੰਡ ਈਅਰ, ਦੂਜੇ ਸਾਲ 'ਚ ਉਹਦੀ ਸੈਲਰੀ ਕਿੰਨੀ ਹੋਊਗੀ, ਹੁਣ 1000 ਵੱਧ ਗਈ, ਸੋ ਉਹਦੀ ਸੈਲਰੀ 6000 ਹੋਗੀ। ਤੀਸਰੇ ਸਾਲ 'ਚ ਉਹਦੀ ਸੈਲਰੀ ਕਿੰਨੀ ਹੋਊਗੀ, ਫਿਰ 1000 ਵੱਧ ਜਾਏਗੀ, ਬਣ ਜਾਏਗੀ 7000। ਫਿਰ ਚੌਥੇ ਸਾਲ 'ਚ 8000, ਫਿਰ ਅਗਲੇ ਪੰਜਵੇਂ ਸਾਲ ਦੇ ਵਿੱਚ 9000। ਇਸ ਤਰ੍ਹਾਂ ਉਹਦੀ ਸੈਲਰੀ ਹਰ ਸਾਲ ਵੱਧਦੀ ਜਾਊਗੀ। ਠੀਕ ਹੈ, ਤੇ ਉਹਦੇ ਵਿੱਚ 1000 ਦਾ ਇੰਕਰੀਮੈਂਟ ਹੋ ਰਿਹਾ। ਸੋ ਇਸ ਤਰ੍ਹਾਂ ਦੀ ਪ੍ਰੋਗਰੈਸ਼ਨ ਨੂੰ, ਨੰਬਰਸ ਦੇ ਵਿੱਚ ਪ੍ਰੋਗਰੈਸ਼ਨ ਹੋ ਰਹੀ ਹੈ। ਅਰਿਥਮੈਟਿਕ ਪ੍ਰੋਗਰੈਸ਼ਨ ਨੂੰ ਅਗਰ ਮੈਂ ਕੌਮਾ ਪਾ ਕੇ ਲਿਖਾਂ 5000, 6000, 7000, 8000, 9000, ਡੈਸ਼ 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 ਡੈਸ਼, ਮਤਲਬ ਇਹ ਅੱਗੇ ਅੱਗੇ ਚੱਲਦੀ ਜਾ ਰਹੀ ਹੈ। ਸੋ ਇਸ ਤਰ੍ਹਾਂ ਦੀ ਇੱਕ ਨੰਬਰਸ ਦੀ ਲਿਸਟ, ਨੂੰ ਆਪਾਂ ਅਰਿਥਮੈਟਿਕ ਪ੍ਰੋਗਰੈਸ਼ਨ ਕਹਾਂਗੇ। ਅਗਰ ਉਹਨਾਂ ਦੇ ਵਿੱਚ ਜੋ ਗੈਪ ਹੈ, ਜਿਵੇਂ ਇਹਨਾਂ ਦੋਨਾਂ 'ਚ ਕਿੰਨਾ ਗੈਪ ਹੈ, 1000 ਦਾ, ਇਹਨਾਂ ਵਿੱਚ ਕਿੰਨਾ ਗੈਪ ਹੈ, 1000 ਦਾ, ਇਹਨਾਂ ਵਿੱਚ ਕਿੰਨਾ ਗੈਪ ਹੈ, 1000 ਦਾ, ਅਗਰ ਉਹਨਾਂ ਵਿੱਚ ਹਰ ਵਾਰ ਇੱਕ ਫਿਕਸਡ ਗੈਪ ਆਵੇ, ਠੀਕ ਹੈ, ਹਰ ਵਾਰ ਉਹਨਾਂ ਵਿੱਚ ਗੈਪ 1000 ਦਾ ਫਿਕਸਡ ਗੈਪ ਆਵੇ, ਤਾਂ ਇਸ ਤਰ੍ਹਾਂ ਦੀ ਨੰਬਰਸ ਦੀ ਲਿਸਟ ਨੂੰ ਅਸੀਂ ਅਰਿਥਮੈਟਿਕ ਪ੍ਰੋਗਰੈਸ਼ਨ ਕਹਿ ਸਕਦੇ ਹਾਂ, AP ਕਹਿ ਸਕਦੇ ਹਾਂ। ਇੱਕ ਹੋਰ ਐਗਜ਼ਾਮਪਲ ਡਿਸਕਸ ਕਰਦੇ ਹਾਂ। ਜਿਵੇਂ ਆਪਾਂ ਸਟੇਅਰਸ ਦੀ ਐਗਜ਼ਾਮਪਲ ਡਿਸਕਸ ਕੀਤੀ ਸੀ। ਮੰਨ ਲਓ ਕਿ ਹੁਣ ਸਟੇਅਰਸ ਇੱਦਾਂ ਵਾ ਕਿ ਇਹਦੀ ਜਿਹੜੀ ਪਹਿਲੀ ਪੌੜੀ ਹੈ ਉਹ 12 ਸੈਂਟੀਮੀਟਰ ਦੀ ਹੈ। ਪਹਿਲੀ ਪੌੜੀ ਇਸ ਸਟੇਅਰਸ ਦੀ 12 ਸੈਂਟੀਮੀਟਰ ਦੀ ਹੈ। ਦੂਜੀ ਪੌੜੀ ਹੈ ਜਿਹੜੀ ਉਹ 10 ਸੈਂਟੀਮੀਟਰ ਦੀ ਹੈ, ਦੋ ਘੱਟ ਗਏ। ਤੀਸਰੀ ਪੌੜੀ 8 ਸੈਂਟੀਮੀਟਰ ਦੀ ਹੈ। ਠੀਕ ਹੈ, ਉਸ ਤੋਂ ਅਗਲੀ 6 ਦੀ ਹੈ, ਉਸ ਤੋਂ ਅਗਲੀ 4 ਦੀ ਹੈ, ਉਸ ਤੋਂ ਅਗਲੀ 2 ਦੀ ਹੈ, ਉਸ ਤੋਂ ਅਗਲੀ 0 ਦੀ ਹੋਊਗੀ। ਠੀਕ ਹੈ, 0 ਸੈਂਟੀਮੀਟਰ ਦਾ ਕੋਈ ਵੀ ਪੌੜੀ ਨਹੀਂ ਹੈ। ਸੋ 12, 10, 8, 4, 2, ਇਹਨਾਂ ਸਾਰਿਆਂ ਦੇ ਵਿੱਚ 2-2 ਦਾ ਗੈਪ ਆ ਰਿਹਾ। ਸੋ ਇਹ ਵੀ ਕੀ ਹੈ, ਇੱਕ AP ਬਣ ਜਾਏਗੀ। ਅਰਿਥਮੈਟਿਕ ਪ੍ਰੋਗਰੈਸ਼ਨ ਇੱਕ ਇਸ ਤਰ੍ਹਾਂ ਦੀ ਨੰਬਰਸ ਦੀ ਲਿਸਟ ਜਿਹਦੇ ਨੰਬਰਸ ਦੇ ਵਿੱਚ ਜੋ ਗੈਪ ਹੈ, ਜੋ ਡਿਫਰੈਂਸ ਹੈ, ਉਹ ਫਿਕਸਡ ਹੈ, ਬਰਾਬਰ ਹੈ ਸਾਰਿਆਂ ਦੇ ਵਿੱਚ। ਠੀਕ ਹੈ, ਸੋ ਇਸ ਤਰ੍ਹਾਂ ਦੇ ਪੈਟਰਨਸ ਨੂੰ ਜਾਂ ਇਸ ਤਰ੍ਹਾਂ ਦੀ ਨੰਬਰਸ ਦੀ ਲਿਸਟ ਨੂੰ ਆਪਾਂ ਅਰਿਥਮੈਟਿਕ ਪ੍ਰੋਗਰੈਸ਼ਨ ਕਹਿੰਦੇ ਹਾਂ। ਅਰਿਥਮੈਟਿਕ ਪ੍ਰੋਗਰੈਸ਼ਨ ਜਾਂ ਸ਼ਾਰਟ ਦੇ ਵਿੱਚ ਆਪਾਂ ਉਹਨੂੰ AP ਵੀ ਕਹਿ ਦਿੰਦੇ ਹਾਂ। AP ਮਤਲਬ ਅਰਿਥਮੈਟਿਕ ਪ੍ਰੋਗਰੈਸ਼ਨ। ਸੋ ਕਿਸ ਤਰ੍ਹਾਂ ਦੇ ਪੈਟਰਨਸ ਹੁੰਦੇ ਨੇ ਉਹ ਪਹਿਲਾਂ ਆਪਾਂ ਆਬਜ਼ਰਵ ਕਰਦੇ ਹਾਂ। ਸੋ ਬੱਚੋ ਦੇਖੋ, ਇੱਥੇ ਆਪਣੇ ਕੋਲ ਕੁਝ ਨੰਬਰਸ ਦੀ ਲਿਸਟ ਆ। ਕੰਸੀਡਰ ਦੀ ਫੋਲੋਇੰਗ ਲਿਸਟ ਆਫ ਨੰਬਰਸ ਦੀ ਲਿਸਟ ਹੈ। ਪਹਿਲੀ ਲਿਸਟ 'ਚ ਕਿੱਦਾਂ ਦੇ ਨੰਬਰ ਹੈ, 1 2 3 4 5। ਹੁਣ ਇਹਨਾਂ ਨੰਬਰਸ ਦੇ ਵਿੱਚ ਕਿੰਨਾ ਗੈਪ ਹੈ, ਜਦੋਂ 1 ਤੋਂ 2 ਤੇ ਆਏ
ਤਾਂ 1 ਦਾ ਗੈਪ ਹੈ 1 ਦੇ ਵਿੱਚ ਮੈਂ +1 ਕਰਦਾ ਤਾਂ ਮੈਨੂੰ 2 ਮਿਲਦਾ। ਫਿਰ 2 ਦੇ ਵਿੱਚ ਮੈਂ +1 ਕਰਦਾ ਤਾਂ ਮੈਨੂੰ 3 ਮਿਲ ਰਿਹਾ। 3 ਦੇ ਵਿੱਚ +1 ਕਰਾਂ ਤਾਂ 4 ਮਿਲ ਰਿਹਾ। 4 ਦੇ ਵਿੱਚ +1 ਕਰਾਂ ਤਾਂ 5 ਮਿਲ ਰਿਹਾ। ਸੋ ਇਸ ਤੋਂ ਅਗਲਾ ਨੰਬਰ ਕੀ ਹੋਊਗਾ? 5 ਦੇ ਵਿੱਚ +1 ਕਰਕੇ 6। ਉਸ ਤੋਂ ਅਗਲਾ ਨੰਬਰ ਕੀ ਹੋਊਗਾ? 6 ਦੇ ਵਿੱਚ +1 ਕਰਕੇ 7। ਸੋ ਇਹਨਾਂ ਸਾਰੀਆਂ ਨੰਬਰਸ ਦੇ ਵਿੱਚ 1 ਪਲੱਸ ਹੋ ਰਿਹਾ ਹਰ ਟਰਮ ਦੇ। ਹਰੇਕ ਵਾਰ ਜਦੋਂ ਆਪਾਂ ਅਗਲਾ ਨੰਬਰ ਲਿਖਣਾ ਤਾਂ 1 ਪਲੱਸ ਹੋ ਰਿਹਾ। ਸੋ ਇਹ ਇੱਕ AP ਬਣ ਗਈ। ਦੂਸਰੀ ਨੰਬਰਸ ਦੀ ਲਿਸਟ ਹੈ 2 4 6 8 10। 2 ਦੇ ਵਿੱਚ ਮੈਂ 2 ਐਡ ਕਰਾਂ ਤਾਂ 4, ਫਿਰ 4 'ਚ 2 ਐਡ ਕਰਾਂ ਤਾਂ 6, ਫਿਰ 6 'ਚ 2 ਐਡ ਕੀਤਾ 8, 8 'ਚ 2 ਐਡ ਕੀਤਾ 10, 10 ਤੋਂ ਅਗਲਾ ਨੰਬਰ ਕੀ ਹੋਊਗਾ? 12, ਉਸ ਤੋਂ ਅਗਲਾ 14, ਉਸ ਤੋਂ ਅਗਲਾ 16, ਉਸ ਤੋਂ ਅਗਲਾ 18, ਫਿਰ 20। ਸੋ ਇਸ ਤਰ੍ਹਾਂ ਆਪਾਂ ਲਿਸਟ ਲਿਖ ਸਕਦੇ ਹਾਂ ਪੂਰੀ। ਹਰੇਕ ਦੇ ਵਿੱਚ ਕਿੰਨੇ ਦਾ ਗੈਪ ਹੈ? 2 ਦਾ। ਇੱਥੇ ਕਿੰਨੇ ਦਾ ਗੈਪ ਹੈ ਹਰੇਕ ਦੇ ਵਿੱਚ? 5, ਫਿਰ +5 ਕੀਤਾ 15, ਫਿਰ 5 ਪਲੱਸ ਕੀਤਾ 20, ਫਿਰ 5 ਪਲੱਸ ਕੀਤਾ 25, ਅੱਗੇ 30 35 40 45। ਆਪਾਂ ਇਸ ਤਰ੍ਹਾਂ ਪੂਰੀ ਲਿਸਟ ਆਪਣੀ ਲਿਖ ਸਕਦੇ ਹਾਂ। ਸੋ ਇਸ ਤਰ੍ਹਾਂ ਦੀਆਂ ਲਿਸਟ ਆਪਣੀ ਕੀ ਬਣ ਰਹੀਆਂ ਨੇ? ਅਰਿਥਮੈਟਿਕ ਪ੍ਰੋਗਰੈਸ਼ਨ, ਮਤਲਬ ਇੱਕ ਪੈਟਰਨ ਹੈ, ਇੱਕ ਪਾਰਟਿਕੂਲਰ ਪੈਟਰਨ ਹੈ ਜਿਹੜਾ ਅਸੀਂ ਫੋਲੋ ਕਰਦੇ ਜਾ ਰਹੇ ਹਾਂ ਤੇ ਅਸੀਂ ਅੱਗੇ ਲਿਖ ਸਕਦੇ ਹਾਂ। ਸੋ ਹੁਣ ਇਸ ਲਿਸਟ ਵਿੱਚ ਕੋ -5 ਦੇ ਵਿੱਚ +1 ਕਰਾਂਗੇ ਤਾਂ ਆਨਸਰ ਆਏਗਾ -4। -4 ਦੇ ਵਿੱਚ +1 ਕਰਾਂਗੇ ਆਨਸਰ ਆਏਗਾ -3। -3 ਚ +1 ਕਰਾਂਗੇ ਆਨਸਰ ਆਏਗਾ -2। -2 ਚ +1 ਕਰਾਂਗੇ ਆਨਸਰ ਆਏਗਾ -1। -1 ਚ +1 ਕੀਤਾ ਆਨਸਰ ਆ ਗਿਆ 0। ਠੀਕ ਹੈ। ਫਿਰ 0 ਦੇ ਵਿੱਚ +1 ਕੀਤਾ ਆਨਸਰ ਆ ਗਿਆ 1। 1 ਚ +1 ਕੀਤਾ ਆਨਸਰ ਆ ਗਿਆ 2। ਸੋ ਮਤਲਬ ਇਹ ਵਾਲੀ ਜਿਹੜੀ ਆਪਣੀ ਲਿਸਟ ਹੈ, ਠੀਕ ਹੈ, ਇਹਦੇ ਵਿੱਚ 1 1 1 1 ਐਡ ਹੋ ਰਿਹਾ ਹਰ ਵਾਰ ਤੇ ਆਪਣੀ ਲਿਸਟ ਅੱਗੇ ਅੱਗੇ ਕੰਟੀਨਿਊ ਹੁੰਦੀ ਜਾਊਗੀ। ਸੋ ਜਿਹੜੀ 5th ਲਿਸਟ ਆ ਦੇਖੋ 3 3 3, ਇਹਦੇ ਵਿੱਚ ਵੀ ਹਰ ਵਾਰ ਇਕੁਅਲ ਗੈਪ ਹੈ, 0 0 0 0 ਦਾ ਗੈਪ ਹੈ। ਸੋ ਇਹ ਵੀ ਇੱਕ AP ਬਣੇਗੀ। ਗੈਪ ਹਰ ਵਾਰ ਇਕੁਅਲ ਹੋਣਾ ਚਾਹੀਦਾ। ਸੋ ਇਸ AP ਦੇ ਵਿੱਚ ਹਰੇਕ ਨੰਬਰ ਨੂੰ ਅਸੀਂ ਕਵਾਂਗੇ ਟਰਮ, ਜਿਵੇਂ ਆਹ 3rd ਟਰਮ ਹੈ, 2nd ਟਰਮ ਹੈ, 1st ਟਰਮ ਹੈ। ਇਹਨਾਂ ਨੂੰ ਅਸੀਂ ਕੀ ਕਵਾਂਗੇ? ਈਚ ਨੰਬਰ ਇਨ ਦ ਲਿਸਟ ਇਜ਼ ਕਾਲਡ ਟਰਮ। ਹਰ ਨੰਬਰ ਨੂੰ ਟਰਮ ਕਵਾਂਗੇ। 1st ਟਰਮ, 2nd ਟਰਮ, 3rd ਟਰਮ, 4th ਟਰਮ, 5th ਟਰਮ। ਤਾਂ 5th ਤੋਂ ਅਗਲੀ ਜਿਹੜੀ ਹੋਗੀ 6th ਟਰਮ, 7th ਟਰਮ, 8th ਟਰਮ। ਠੀਕ ਹੈ, ਇਹਨਾਂ ਨੂੰ ਆਪਾਂ ਕਵਾਂਗੇ ਟਰਮਸ। ਤੇ AP ਦੇ ਵਿੱਚ ਕਿਸ ਤਰ੍ਹਾਂ ਬਣਦੀ, ਕਿੱਦਾਂ AP ਆ? ਹਰੇਕ ਸਕਸੈਸਿਵ ਟਰਮ ਆਪਾਂ ਨੂੰ ਕਿੱਦਾਂ ਮਿਲੇਗੀ? ਸਕਸੈਸਿਵ ਟਰਮ ਕਿਸ ਤਰ੍ਹਾਂ ਮਿਲੇਗੀ? ਸਕਸੈਸਿਵ ਟਰਮ ਦਾ ਮਤਲਬ ਹੁੰਦਾ ਜਿਵੇਂ ਇਹ 5 ਆ, ਇਸ 5 ਤੋਂ ਅਗਲੀ ਟਰਮ ਸਕਸੈਸਿਵ ਟਰਮ ਆਪਾਂ ਕਹਿੰਦੇ ਆ 5 ਤੋਂ ਨੈਕਸਟ ਟਰਮ, ਜਾਂ ਆਪਾਂ ਕਹਿ ਸਕਦੇ ਹਾਂ ਸਕਸੈਸਿਵ ਟਰਮ ਔਰ ਨੈਕਸਟ ਟਰਮ। ਸਕਸੈਸਿਵ ਟਰਮ ਕਦੋਂ ਮਿਲੇਗੀ? ਜਦੋਂ ਅਸੀਂ ਪ੍ਰੀਸੀਡਿੰਗ ਟਰਮ ਦੇ ਵਿੱਚ, ਪ੍ਰੀਸੀਡਿੰਗ ਮੀਨਸ ਪਿਛਲੀ ਟਰਮ ਦੇ ਵਿੱਚ ਕੋਈ ਵੀ ਇੱਕ ਫਿਕਸਡ ਨੰਬਰ ਨੂੰ ਐਡ ਕਰ ਦਾਂਗੇ। ਪ੍ਰੀਸੀਡਿੰਗ ਟਰਮ ਦੇ ਵਿੱਚ ਇੱਕ ਫਿਕਸਡ ਨੰਬਰ ਨੂੰ ਐਡ ਕਰ ਦਿਓ ਤਾਂ ਆਪਾਂ ਨੂੰ ਸਕਸੈਸਿਵ ਟਰਮ ਮਿਲਦੀ ਹੈ, ਨੈਕਸਟ ਟਰਮ ਮਿਲਦੀ ਹੈ। ਜਿਵੇਂ ਕਿ ਪਹਿਲੀ AP ਸੀਗੀ, ਫਸਟ ਟਰਮ ਹੈਗੀ ਆ 1, ਇਹਦੇ ਵਿੱਚ ਮੈਂ ਇੱਕ ਫਿਕਸਡ ਨੰਬਰ ਸੀਗਾ 1, ਉਹਨੂੰ ਐਡ ਕੀਤਾ ਤਾਂ ਮੈਨੂੰ ਸਕਸੈਸਿਵ ਟਰਮ ਮਤਲਬ ਨੈਕਸਟ ਟਰਮ ਮਿਲ ਗਈ 2। ਫਿਰ 2 ਦੇ ਵਿੱਚ ਮੈਂ 1 ਐਡ ਕੀਤਾ ਤਾਂ ਮੈਨੂੰ ਨੈਕਸਟ ਸਕਸੈਸਿਵ ਟਰਮ ਮਿਲ ਗਈ 3। ਸੋ ਸਕਸੈਸਿਵ ਟਰਮਸ ਕਿੱਦਾਂ ਆਉਂਦੀਆਂ ਨੇ? ਪ੍ਰੀਸੀਡਿੰਗ ਟਰਮਸ ਮਤਲਬ ਪਿਛਲੀ ਟਰਮ ਦੇ ਵਿੱਚ ਕੋਈ ਵੀ ਇੱਕ ਫਿਕਸਡ ਨੰਬਰ, ਇਸ ਕੇਸ 'ਚ 1 ਐਡ ਕਰ ਰਹੇ ਹਾਂ, ਇਸ ਕੇਸ 'ਚ 2, ਇਸ ਕੇਸ 'ਚ 5, ਇਸ ਕੇਸ 'ਚ 1, ਇਸ ਕੇਸ 'ਚ 0 ਐਡ ਕਰ ਰਹੇ ਹਾਂ। ਪਰ 0 ਇੱਕ ਨੰਬਰ ਤਾਂ ਹੈ। ਸੋ ਜੋ ਆਪਾਂ ਫਿਕਸਡ ਨੰਬਰ ਐਡ ਕਰਨਾ ਹੈ ਉਹ ਪੋਜ਼ਿਟਿਵ ਵੀ ਹੋ ਸਕਦਾ ਹੈ, ਉਹ ਨੈਗੇਟਿਵ ਵੀ ਹੋ ਸਕਦਾ ਹੈ ਤੇ 0 ਵੀ ਹੋ ਸਕਦਾ ਹੈ। ਜਿਹੜਾ ਆਪਾਂ ਫਿਕਸਡ ਨੰਬਰ ਐਡ ਕਰਨਾ ਹੈ ਉਹਨੂੰ ਆਪਾਂ ਪੋਜ਼ਿਟਿਵ ਨੰਬਰ ਵੀ ਹੋ ਸਕਦਾ ਹੈ, ਨੈਗੇਟਿਵ ਨੰਬਰ ਵੀ ਹੋ ਸਕਦਾ ਹੈ ਐਂਡ 0 ਵੀ ਹੋ ਸਕਦਾ ਹੈ। ਠੀਕ ਹੈ, ਸੋ ਇਹ ਵੀ ਇੱਕ AP ਹੈ। ਹੁਣ ਆਪਾਂ ਇੱਕ ਨॉन AP ਦੀ ਡਿਸਕਸ ਕਰਦੇ ਹਾਂ ਐਗਜ਼ਾਮਪਲ ਕਿ ਕਿਹੜੀ ਨੰਬਰਸ ਦੀ ਲਿਸਟ ਆ ਜਿਹੜੀ AP ਨਹੀਂ ਬਣਦੀ। ਜਿਸ ਤਰ੍ਹਾਂ ਕਿ ਹੈ 1 2 4 7 14। ਠੀਕ ਹੈ, ਇਹ ਇੱਕ ਲਿਸਟ ਲਿਖੀ ਹੈ। 1 ਤੇ 2 ਦੇ ਵਿੱਚ ਕਿੰਨਾ ਗੈਪ ਹੈ? 1 ਦਾ। 2 ਤੇ 4 ਚ ਗੈਪ ਕਿੰਨਾ ਹੈ? 2। ਫਿਰ 4 ਤੇ 7 ਚ ਗੈਪ ਹੈ 3। 7 ਤੇ 14 ਚ ਗੈਪ ਹੈ 7। ਹਰ ਵਾਰ ਜਿਹੜਾ ਡਿਫਰੈਂਸ ਹੈ ਉਹ ਅਲੱਗ ਆ ਰਿਹਾ, ਫਿਕਸਡ ਨਹੀਂ ਹੈਗਾ। ਫਿਕਸਡ ਨੰਬਰ ਹੋਣਾ ਚਾਹੀਦਾ, ਇੱਥੇ ਹਰ ਵਾਰ ਡਿਫਰੈਂਸ ਅਲੱਗ ਆ ਰਿਹਾ, ਫਿਕਸਡ ਨੰਬਰ ਨਹੀਂ ਹੈ। ਸੋ ਇਹ ਨॉट ਐਨ AP, ਇਹ AP ਨਹੀਂ ਬਣੇਗੀ ਕਿਉਂਕਿ ਹਮੇਸ਼ਾ ਜਿਹੜੀ ਵੀ ਸਕਸੈਸਿਵ ਟਰਮ ਹੈ ਤੇ ਪ੍ਰੀਸੀਡਿੰਗ ਟਰਮ ਹੈ ਦੋਨਾਂ ਦੇ ਵਿੱਚ ਡਿਫਰੈਂਸ ਹਰ ਵਾਰ ਇਕੁਅਲ ਆਉਣਾ ਚਾਹੀਦਾ। ਸੋ ਹੁਣ ਆਪਾਂ AP ਦੀ ਡੈਫੀਨੇਸ਼ਨ ਡਿਸਕਸ ਕਰਦੇ ਹਾਂ ਕਿ AP ਦੀ ਡੈਫੀਨੇਸ਼ਨ ਕੀ ਹੁੰਦੀ ਹੈ। ਸੋ ਅਗਰ ਆਪਾਂ AP ਦੀ ਡੈਫੀਨੇਸ਼ਨ ਡਿਸਕਸ ਕਰੀਏ ਜੋ ਬੁੱਕ ਦੇ ਵਿੱਚ ਦਿੱਤੀ ਹੋਈ ਹੈ
डेफिनेशन है कि एन AP इज अ लिस्ट ऑफ नंबर्स, जो मैं तुहानू दस्सिया पहले कि नंबर्स दी लिस्ट है, कॉमास दे नाल सैपरेट हुंदी है, इज अ लिस्ट ऑफ नंबर्स इन विच ईच टर्म, हर एक टर्म जो है इज ऑब्टेन्ड बाय, किद्दां सानू मिलदियां ने टर्म्स मतलब अगे तो अगला नंबर किस तरह मिलता है, बाय एडिंग अ फिक्स्ड नंबर टू द प्रीसीडिंग, पिछले नंबर दे विच एक फिक्स्ड नंबर नू ऐड करो तो सानू साडी सक्सेसिव टर्म या आपां कहिए नैक्सट टर्म मिलेगी, एक्सैप्ट द फर्स्ट टर्म। सिर्फ जिहड़ी फर्स्ट टर्म है वो आपां नू इस तरह नहीं मिलदी, फर्स्ट टर्म तो सानू लिखी हुंदी है, गिवन हुंदी है कि फर्स्ट टर्म ए है तो इस तो नेक्स्ट तुसीं फाइंड करनी है। सिर्फ नैक्सट टर्म नू छड्ड के, फर्स्ट टर्म नू छड्ड के उस तो जिन्नियां भी अगलियां टर्म्स ने वो सारियां सानू किद्दां मिलणगियां, असीं अगर उहदे विच कोई भी फिक्स्ड नंबर नू ऐड करांगे। सो ये जिहड़ा फिक्स्ड नंबर है जिन्हों असीं हर वार ऐड करना है, साडी सक्सेसिव टर्म कड्ढण दे लई जिहड़ा फिक्स्ड नंबर आपां हर वार ऐड करना है, उस फिक्स्ड नंबर नू कहंदे ने कॉमन डिफरेंस ऑफ द AP, कॉमन डिफरेंस ऑफ द AP। ठीक है, कॉमन डिफरेंस ऑफ द AP है जिहड़ा वो पॉजिटिव भी हो सकता वा, नेगेटिव वैल्यू भी हो सकती है, जीरो भी हो सकता। सो अगर आप एक AP लिखने की कोशिश करिए जनरलाइज्ड फॉर्म दे विच, तो फर्स्ट टर्म, पहली टर्म तो मैंने दिती होगी, उन्होंने मैं लिख लेनी है A1। A1 का मतलब है फर्स्ट टर्म, फर्स्ट पोजीशन की जिहड़ी मेरी टर्म है। A1 नू मैं A भी लिख सकती हूँ क्योंकि A तो हमेशा मैंने गिवन होगी। नैक्सट टर्म नू आपां लिख सकते हैं कॉमा पा के A2 सैकेंड टर्म, उस तो अगली टर्म कड्डांगे A3 थर्ड टर्म, A4 फोर्थ टर्म, A5 फिफ्थ टर्म, सो ऑन AN का मतलब है nth टर्म। nth टर्म मतलब अगर n की वैल्यू 10 होगी तो ये बन जाएगी 10th टर्म, अगर n की वैल्यू 15 होगी, n की वैल्यू अगर 15 होगी तो ये बन जाएगी 15th टर्म। सो AN मतलब nth टर्म। जिहड़े इन्हां दे पैर दे विच नंबर्स ने, उन्हां नंबर्स का मतलब है कि वो वाली टर्म, जिवें 2 है तो ये सैकेंड टर्म बन रही है, ठीक है, तो बन रही है सैकेंड टर्म, थर्ड टर्म, फोर्थ टर्म, फिफ्थ टर्म। सो ये बन जाएगी nth टर्म, जिथे कि n की वैल्यू की हो सकती है, n की वैल्यू कुछ भी पुट कर सकते हो। अगर तुम 5 पुट करती तो फिफ्थ टर्म बन जाएगी, 10 पुट कर दी तो 10th टर्म बन जाएगी, 15 पुट कर दी तो 15th टर्म बन जाएगी, 100 पुट करती तो 100th बन जाएगी। सो ये साडियां की ने टर्म्स ऑफ एन AP। तो जिहड़ा आपां कॉमन डिफरेंस ऐड करते हैं उन्होंने आपां डिनोट करते हैं D नाल, D नूं असीं कहने कॉमन। सो कॉमन डिफरेंस का मतलब है कि जिन्नियां भी AP दियां टर्म्स ने इन्हां सारियां दे विच डिफरेंस D है। ਇਹਦਾ मतलब ਜਦੋਂ मैं A2 माइनस A1 करा, A2 माइनस A1 तो कितना डिफरेंस आऊगा D, ठीक है। A3 माइनस A2 कितना तो डिफरेंस आया D, A4 माइनस A3 कितना तो डिफरेंस कितना आया D, ठीक है। जिमें आप एग्जाम्पल लै लें, AP की एग्जाम्पल लिखी सी 2 4 6 8 10, ठीक है। ये अपनी फर्स्ट टर्म है A1, A2 इस थर्ड टर्म, A फोर्थ टर्म एंड फिफ्थ टर्म, 5 टर्म्स ने। A2 माइनस A1 कर दें, 4 माइनस 2 कितना आ रहा है 2। A3 माइनस A2 कर दें, 6 माइनस 4। A4 माइनस A3 करिए कितना आ गया 8 माइनस 6 इज इक्वल्स टू 2। सो हर बार डिफरेंस जो है वो सेम है, D D D D D D, ठीक है। तो एक ही है साढ़े को एक AP दी एग्जाम्पल है जिहदे विच हर बार कॉमन डिफरेंस सेम आ रहा। सो अगर मैं इनू भी जनरलाइज करके लिखना, D दे फॉर्मूले नू मैं जनरलाइज करके लिखना तो D इज इक्वल्स टू, देखो 4 माइनस 3, 3 माइनस 2, हमेशा वड्डा नंबर इधर है तो छोटा नंबर है क्योंकि नैक्सट टर्म चो आप पिछली टर्म माइनस कर रहे हैं। सो वड्डी नंबर प्लेस से जी टर्म है वो चो छोटी प्लेस से जी टर्म है उन्होंने माइनस कर रहे हैं। सो ये आ जाएगा AK+1 माइनस A, ठीक है। AK+1 माइनस AK का की मतलब है, अगर मैं K की वैल्यू पुट करदा 1
k ਦੀ ਵੈਲਿਊ ਪੁੱਟ ਕੀਤੀ 1, ਇੱਥੇ 1 ਆ ਗਿਆ ਤਾਂ k plus 1 ਕੀ ਬਣ ਜਾਏਗਾ 1 plus 1 ਬਣ ਗਿਆ 2, मतलब ਇਹ ਬਣ ਗਿਆ a2 minus a1। ਅਗਰ ਮੈਂ k ਦੀ ਵੈਲਿਊ ਪੁੱਟ ਕਰਦਾ 2 ਤਾਂ a2 plus 1 ਇੱਥੇ ਬਣ ਜਾਏਗਾ 3, मतलब ਇਹ ਬਣ ਗਿਆ a3 minus a2। ਇੱਥੇ ਮੈਂ k ਦੀ ਵੈਲਿਊ ਪੁੱਟ ਕਰਦਾ 3 ਤਾਂ 3 plus 1 4 ਤਾਂ a4 minus a3 equals to 2 d। ਸੋ ਇਹ ਇੱਕ ਜਨਰਲ ਫਾਰਮੂਲਾ ਬਣ ਗਿਆ d ਦਾ। ਇਹਦਾ ਮਤਲਬ ਜਦੋਂ ਵੀ ਆਪਾਂ d ਕੱਢਣਾ ਹੈ ਤਾਂ ਨੈਕਸਟ ਟਰਮ ਚੋਂ ਪਿਛਲੀ ਟਰਮ ਮਾਈਨਸ ਕਰਕੇ ਹਮੇਸ਼ਾ ਆਪਣੇ ਕੋਲ d ਆ ਜਾਏਗਾ। ਸਿਮਿਲਰਲੀ ਅਗਰ ਕੋਈ ਆਪਾਂ ਐਗਜ਼ਾਮਪਲ ਡਿਸਕਸ ਕਰੀਏ 1 to 4 7 ਵਾਲੀ ਜਿੱਦਾਂ ਪਹਿਲਾਂ ਕੀਤੀ ਸੀਗੀ, ਸੋ a2 minus a1 ਕਰਦੇ ਆ ਤਾਂ 2 minus 1 is equals to 1 ਆ ਰਿਹਾ, a3 minus a2 मतलब थर्ड टर्म जो सेकंड टर्म माइनस कर देना तो 2 आ रहा है। सो a4 minus a3 करिए, फोर्थ टर्म जो थर्ड टर्म माइनस करिए तो 7 minus 4 3 आ रहा। सो हर बार d है जिहड़ा वो डिफरेंट आ रहा, सो ये नॉट एन एपी क्योंकि हर बार डिफरेंस आ सेम नहीं आ रहा, सो नॉट एन एपी। हर बार डिफरेंस सेम आऊगा तो उसनूं आपां कहांगे कि वो एक एपी है। तो एपी दे विच कितनियां टर्म्स होंदियां ने, nth टर्म तक हो सकती है। सो एक जनरल एपी लिखने की कोशिश करते हैं कि एक जनरलाइज्ड एपी किस तरह की होंदी है। सो अगर आप एक जनरल फॉर्म एपी दी लिखने की कोशिश करते हैं कि फर्स्ट टर्म तुहानूं पता हमेशा सानूं गिवन होगी, सो आप लिख लिए कि फर्स्ट टर्म है ए, उस ए दे विच एक कॉमन डिफरेंस डी, ए दे विच जदों मैं कॉमन डिफरेंस डी नूं ऐड करूँगी तो मैनूं मेरी नैक्सट टर्म मिलेगी, मतलब मेरी सैकेंड टर्म मिलेगी जो आपां a प्लस डी किया। ठीक है, हुण आपां नूं थर्ड टर्म कदों मिलेगी जदों आपां पिछली टर्म दे विच d नूं ऐड करांगे, a अपनी सैकेंड टर्म आ, सो ये बन गया a प्लस 2d। फोर्थ टर्म कदों मिलेगी जदों असीं a प्लस 2d दे विच अगला कॉमन डिफरेंस ऐड करांगे तो बन जाएगी a प्लस 3d। सो ऐदा करते करते सो ऑन असीं कितनी सारिया टर्म्स ऑब्टेन कर सकते हैं। ठीक है, सो एक जनरल फॉर्म ऑफ एपी होएगी अगर आप इन्हूं कॉमा पा के लिख दिए a प्लस डी, a प्लस 2d कॉमा a प्लस, इन्हूं असीं कहने आ जनरल फॉर्म ऑफ एपी। सो ਇਹਦਾ मतलब ये है कि एक अगर असीं एक एपी बनानी है तो मिनिमम सानूं की चाहिए, मिनिमम सानूं एक ए पता होना चाहिए तो एक डी पता होना चाहिए। अगर ए ते डी दो चीज़ां साडे कोल हैगियां ने तो असीं ए ते डी दी हेल्प दे नाल पूरी एपी लिख सकते हैं। एपी मतलब नंबर्स ऑफ लिस्ट पूरी लिख सकते हैं। किद्दां? हर बार जो आपां नैक्सट टर्म कढनी है तो उहदे विच डी नूं असीं ऐड करी जावांगे तो साडे कोल एक एपी आ जाएगी। इसे तरह अगर सानूं एक नंबर्स की लिस्ट दित्ती हुई है तो असीं चैक करना है कि वो लिस्ट है जिहड़ी वो एपी बनदी है कि नहीं, तो असीं की करांगे नैक्सट टर्म चो पिछली टर्म माइनस करांगे, डी कड्ढण दे लई की करांगे a2 माइनस a1 करांगे। ठीक है, a3 माइनस a2 करांगे। अगर वो इक्वल आ रहा है, डिफरेंस सेम आ रहा है तो इसका मतलब वो जिहड़ी नंबर्स की लिस्ट है वो एपी बन रही है। अगर डिफरेंस सेम नहीं आ रहा है इसका मतलब वो नंबर्स की लिस्ट है जो एपी नहीं बन रही। सो हुण आपां a ते कॉमन डिफरेंस d की हेल्प नाल एपी बनाने की कोशिश करते हैं कि एपी किस तरह बनावांगे, सिर्फ ए ते डी की हेल्प नाल। सो इत्थे इस क्वेश्चन दे विच देखो आपां नूं ए ते डी दिते हुए ने, ए ते डी दो चीज़ां ने मिनिमम जिहड़ी आपां नूं चाहीदियां ने ताकि असीं एक एपी लिख सकीए। ठीक है, किस तरह लिखांगे? पहली टर्म हमेशा आपां नूं गिवन होएगी, हमेशा नहीं गिवन होएगी, कई क्वेश्चन दे विच आपां कढनी भी है, पर इस केस दे विच जदों आपां सिर्फ ए ते डी डिस्कस करते पे हां, ए जिहड़ा हमेशा गिवन होएगा। सो a इज इक्वल टू 6। नैक्सट टर्म कढनी है उन्होंने मैं कहूँगी सैकेंड टर्म, क्योंकि फर्स्ट टर्म तो a ही है। सैकेंड टर्म किस लिखी होंदी है? पिछली टर्म दे विच डिफरेंस नूं ऐड कर दिए, मतलब कि जिन्नी पिछली टर्म आ उहदे विच डिफरेंस नूं ऐड करके बन गया 9। थर्ड टर्म कढनी है, थर्ड टर्म होंदी है पिछली जिन्नी भी टर्म आई है उहदे विच डिफरेंस नूं ऐड कर दो तो बन गया 11। ठीक है, सो फोर्थ टर्म कढनी है, जिन्नी भी पिछले तुहाडी टर्म आई है उहदे विच डिफरेंस नूं ऐड कर दो 14। सो अपनी एपी की बन गई 6 9 11 14 एंड अगे भी तुसीं लिख सकते हो बहुत सारिया टर्म्स, हर बार 3 ऐड करी जाना।
ਇੱਕ ਫਿਕਸਡ ਨੰਬਰ ਹੈ ਜਿਹੜਾ ਤੁਸੀਂ ਹਰ ਵਾਰ ਐਡ ਕਰੀ ਜਾਣਾ ਪਿਛਲੇ ਨੰਬਰ ਦੇ ਵਿੱਚ ਤਾਂ ਕਿ ਸਾਨੂੰ ਅਗਲਾ ਨੰਬਰ ਮਿਲ ਜਾਏ। ਸੋ ਇੱਥੇ ਵੀ ਪਹਿਲਾ ਨੰਬਰ 6 ਹੈ, 6 ਦੇ ਵਿੱਚ ਹੁਣ ਮੈਂ 3 ਐਡ ਕਰ ਦੂੰਗੀ ਤਾਂ ਕਿੰਨਾ ਬਣ ਗਿਆ -3 ਹੈ। ਸੋ 6 - 3 ਹੈ। ਸੋ 6 ਦੇ ਵਿੱਚ -3 ਨੂੰ ਮੈਂ ਐਡ ਕਰੂੰਗੀ ਤਾਂ ਪਲੱਸ ਮਾਈਨਸ ਕੀ ਬਣ ਜਾਏਗਾ -6 - 3 ਕੀ ਬਣ ਜਾਏਗਾ 3। ਸੋ ਇਸ ਤੋਂ ਅਗਲਾ ਨੰਬਰ ਹੋਏਗਾ 3 ਦੇ ਵਿੱਚ ਦੂਸਰੇ ਨੇ ਫਿਰ d ਐਡ ਕਰਨਾ ਹੈ। ਸੋ 3 + -3 प्लस माइनस माइनस 3 - 3 0। सो इस तो अगली टर्म 0। हम 0 दे विच ऐड करो -3 प्लस माइनस माइनस। सो आंसर क्या आ गया -3। सो -6 - 9 12 सो ऑन। तुसी सारे नंबर लिख सकते हो। हर बार ਉਹਦੇ ਵਿੱਚ -3 ਨੂੰ ਐਡ ਕਰਨਾ ਹੈ, -3 ਨੂੰ ਐਡ ਕਰਨਾ ਹੈ। ਥਰਡ ਕੁਐਸਚਨ ਦੇਖੋ a = 2 ਤੇ d = 0। ਹਰ ਵਾਰ ਤੁਸੀਂ 0 ਐਡ ਕਰਨਾ। 0 ਐਡ ਕਰਨਾ ਮਤਲਬ ਕੁਝ ਵੀ ਨਹੀਂ ਐਡ ਕਰਨਾ। ਸੋ ਪਹਿਲੀ ਟਰਮ ਵੀ 2, ਦੂਜੀ ਟਰਮ ਵੀ 2, ਤੀਸਰੀ ਟਰਮ ਵੀ 2, ਫੋਰਥ ਟਰਮ ਵੀ 2, ਫਿਫਥ ਟਰਮ ਵੀ 2, ਸਿਕਸਥ ਟਰਮ ਵੀ 2, ਅੱਗੇ ਵੀ ਸਾਰੀਆਂ ਟਰਮਸ 2 ਹੀ ਆਣਗੀਆਂ ਕਿਉਂਕਿ ਡਿਫਰੈਂਸ ਕਿੰਨਾ ਹੈ ਉਹਨਾਂ 'ਚ 0। ਇਸ ਕੇਸ ਦੇ ਵਿੱਚ ਫਸਟ ਟਰਮ ਹੈਗੀ ਆ 1.0। 1.0 ਦੇ ਵਿੱਚ ਤੁਸੀਂ 0.1 ਐਡ ਕਰ ਦਿਓ। 1.0 ਉਹਦੇ ਵਿੱਚ 0.1 ਨੂੰ ਐਡ ਕਰ ਦਿਓ ਤਾਂ ਕਿੰਨਾ ਬਣ ਗਿਆ 1.1। ਹੁਣ ਫਿਰ ਤੋਂ ਆਪਾਂ 0.1 ਐਡ ਕਰਨਾ ਹੈ 1.2। ਫਿਰ ਤੋਂ 0.1 ਐਡ ਕਰੋ 1.3 1.4 1.5 ਇੱਦਾਂ ਆਪਾਂ ਸਕਸੈਸਿਵ ਟਰਮਸ ਕੱਢ ਸਕਦੇ ਹਾਂ। ਸੋ A ਤੇ D ਦੀ ਹੈਲਪ ਨਾਲ ਆਪਾਂ ਪੂਰੀ ਦੀ ਪੂਰੀ AP ਲਿਖ ਸਕਦੇ ਹਾਂ। ਸੋ ਇਹਦਾ ਮਤਲਬ ਕਿ ਅਗਰ ਆਪਾਂ AP ਲਿਖਣੀ ਹੈ ਤਾਂ ਦੋ ਮਿਨੀਮਮ ਚੀਜ਼ਾਂ ਕਿਹੜੀਆਂ ਆਪਾਂ ਨੂੰ ਚਾਹੀਦੀਆਂ ਨੇ, ਇੱਕ A ਤੇ ਇੱਕ D ਚਾਹੀਦੀਆਂ ਜਿਹਦੀ ਹੈਲਪ ਨਾਲ ਆਪਾਂ ਪੂਰੀ AP ਲਿਖ ਸਕਦੇ ਹਾਂ। ਹੁਣ ਆਪਾਂ ਐਗਜ਼ਾਮਪਲ ਡਿਸਕਸ ਕਰਦੇ ਹਾਂ ਜਿਹਦੇ ਵਿੱਚ ਆਪਾਂ ਚੈੱਕ ਕਰਨਾ ਹੈ ਕਿ ਕੋਈ ਲਿਸਟ ਆਫ ਨੰਬਰਸ ਹੈ ਜਿਹੜੀ ਉਹ AP ਬਣਦੀ ਹੈ ਜਾਂ ਨਹੀਂ। ਹੁਣ ਆਪਣੇ ਕੋਲ ਐਗਜ਼ਾਮਪਲਸ ਨੇ, ਐਗਜ਼ਾਮਪਲਸ ਦੇ ਵਿੱਚ ਉਹਨੇ ਆਪਾਂ ਨੂੰ ਨੰਬਰਸ ਦੀ ਲਿਸਟ ਦਿੱਤੀ ਹੋਈ ਹੈ। ਸਿਰਫ ਆਪਾਂ ਇਹ ਚੈੱਕ ਕਰਕੇ ਦੱਸਣੇ ਕਿ ਇਹ ਜਿਹੜੀ ਨੰਬਰਸ ਦੀ ਲਿਸਟ ਹੈ ਇਹ AP ਬਣਦੀ ਹੈ ਜਾਂ ਨਹੀਂ। ਠੀਕ ਹੈ। ਫਸਟ ਟਰਮ ਜਿਹੜੀ ਆਪਣਾ ਪਹਿਲਾ ਨੰਬਰ ਹੁੰਦਾ ਉਹਨੂੰ ਅਸੀਂ ਕਹਿੰਦੇ ਆ ਫਸਟ ਟਰਮ ਜਾਂ A1। ਇਹਨੂੰ ਆਪਾਂ ਕਹਾਂਗੇ ਸੈਕਿੰਡ ਟਰਮ A2। ਇਹਨੂੰ ਆਪਾਂ ਕਹਾਂਗੇ ਥਰਡ ਟਰਮ A3। ਇਹਨੂੰ ਕਹਾਂਗੇ ਫੋਰਥ ਟਰਮ A4। ਇਸ ਤੋਂ ਬਾਅਦ ਜਿਹੜੀਆਂ ਟਰਮਸ ਆਉਣਗੀਆਂ ਫਿਫਥ ਟਰਮ, ਸਿਕਸਥ ਟਰਮ, 10th ਟਰਮ, 15th ਟਰਮ, 50th ਟਰਮ, 100 ਟਰਮ, ਜਿੰਨੀਆਂ ਮਰਜ਼ੀ ਟਰਮਸ ਹੋ ਸਕਦੀਆਂ ਨੇ। ਡਾਟ 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 ਦਾ ਮਤਲਬ ਹੈ ਅੱਗੇ ਪ੍ਰੋਗਰੈਸ ਕਰੀ ਜਾਣਾ। ਪ੍ਰੋਗਰੈਸ਼ਨ ਮਤਲਬ ਅੱਗੇ ਪ੍ਰੋਗਰੈਸ ਕਰਦੇ ਜਾਣਾ, ਵੱਧਦੇ ਜਾਣਾ। ਸੋ ਚੈੱਕ ਕਰਨਾ ਹੈ ਕਿ ਇਹ ਜਿਹੜੀ ਹੈ ਉਹ AP ਬਣਦੀ ਹੈ ਕਿ ਨਹੀਂ। ਹਮੇਸ਼ਾ ਨੈਕਸਟ ਟਰਮ ਚੋਂ ਪਿਛਲੀ ਟਰਮ ਮਾਈਨਸ ਕਰਨੀ ਹੈ। A2 - A1। ਸੋ 9 - 6 3 ਬਣ ਗਿਆ। ਨੈਕਸਟ ਟਰਮ ਚੋਂ ਪਿਛਲੀ ਟਰਮ ਮਾਈਨਸ ਕਰੀਏ A3 - A2 12 - 9 A4 - A3 15 - 12। ਹਰ ਕੇਸ ਦੇ ਵਿੱਚ ਸਾਡੇ ਕੋਲ 3 3 3 ਆ ਰਿਹਾ। ਇਹਦਾ ਮਤਲਬ ਇਸ ਦੇ ਵਿੱਚ ਕਾਮਨ ਡਿਫਰੈਂਸ 3 ਹੈ, ਮਤਲਬ ਇੱਕ ਫਿਕਸਡ ਨੰਬਰ ਆ ਰਿਹਾ। ਹਰ ਵਾਰ ਇੱਕ ਫਿਕਸਡ ਨੰਬਰ ਆ ਰਿਹਾ। ਸੋ ਕਾਮਨ ਡਿਫਰੈਂਸ 3 ਹੋ ਗਿਆ, ਫਿਕਸਡ ਨੰਬਰ ਹੈ। देयरफॉर इट फॉर्म्स एन ਇਹ ਸਾਡੇ ਕੋਲ ਜੋ ਨੰਬਰਸ ਦੀ ਲਿਸਟ ਹੈ ਉਹ ਇੱਕ AP ਬਣਾਏਗੀ। 1 2 3 4 ਦਿੱਤਾ ਹੋਇਆ, ਇਹ ਸਾਡੀ ਫਸਟ ਟਰਮ ਹੈ। ਦੈਨ ਸੈਕਿੰਡ ਟਰਮ, ਥਰਡ ਟਰਮ, ਫੋਰਥ ਟਰਮ। ਜਦੋਂ ਆਪਾਂ ਚੈੱਕ ਕਰਨਾ AP ਹੈ ਜਾਂ ਨਹੀਂ, ਸੈਕਿੰਡ ਟਰਮ ਚੋਂ ਪਿਛਲੀ ਟਰਮ ਮਾਈਨਸ ਕਰ ਦਈਏ। A3 ਚੋਂ A2 ਮਾਈਨਸ ਕਰ ਦੋ। ਠੀਕ ਹੈ। A4 ਚੋਂ A3 ਮਾਈਨਸ ਕਰ ਦੋ। ਸੋ ਇੱਥੇ ਅਲੱਗ ਆ ਗਿਆ। ਇਹਦਾ ਮਤਲਬ ਹਰ ਵਾਰ ਜਦੋਂ ਆਪਾਂ ਮਾਈਨਸ ਕਰਦੇ ਪਏ ਆ ਤਾਂ ਸਾਡੇ ਕੋਲ ਕੋਈ ਫਿਕਸਡ ਨੰਬਰ ਨਹੀਂ ਮਿਲ ਰਿਹਾ। ਸੋ ਨॉट ਐਨ AP। ਸੋ ਇੱਕ AP ਫਾਰਮ ਨਹੀਂ ਕਰ। ਸੋ ਇਸ ਤਰ੍ਹਾਂ ਦੇ ਕੁਐਸਚਨਸ ਤੁਹਾਡੀ ਬੁੱਕ ਦੀ ਐਕਸਰਸਾਈਜ਼ ਦੇ ਵਿੱਚ ਹੈ ਜਿਹਦੇ ਵਿੱਚ ਤੁਸੀਂ ਚੈੱਕ ਕਰਨਾ ਹੈ ਕਿ ਕੋਈ ਇੱਕ ਲਿਸਟ ਆਫ ਨੰਬਰਸ ਹੈ ਜਿਹੜੀ ਉਹ AP ਫਾਰਮ ਕਰਦੀ ਹੈ ਜਾਂ ਫਾਰਮ ਨਹੀਂ ਕਰਦੀ, ਜਾਂ ਫਿਰ ਤੁਹਾਨੂੰ A ਤੇ D ਦਿੱਤੇ ਹੋਣਗੇ, A ਤੇ D ਦੀ ਹੈਲਪ ਨਾਲ ਤੁਸੀਂ AP ਬਣਾਉਣੀ ਹੈ। ਸੋ ਆਪਾਂ ਹੁਣ ਕੁਝ ਕੁਐਸਚਨਸ ਨੂੰ ਡਿਸਕਸ ਕਰਾਂਗੇ। ਹਾਂਜੀ ਬੱਚਿਓ ਦੇਖੋ ਹੁਣ ਆਪਣੇ ਕੋਲ ਕੁਐਸਚਨ ਹੈ, ਬੁੱਕ ਦਾ ਕੁਐਸਚਨ ਹੈ, ਐਕਸਰਸਾਈਜ਼ ਦੇ ਕੁਐਸਚਨਸ ਨੇ। ਕੁਐਸਚਨ ਕੀ ਹੈ ਕਿ ਰਾਈਟ ਦੀ ਫਸਟ 4 ਟਰਮਸ ਆਫ ਐਨ AP ਵੇਅਰ ਤੁਹਾਨੂੰ A ਤੇ D ਹਰ ਕੇਸ ਦੇ ਵਿੱਚ ਗਿਵਨ ਆ। ਤੁਸੀਂ ਪਹਿਲੀਆਂ 4 ਟਰਮਸ ਲਿਖਣੀਆਂ।
ਪਹਿਲੀਆਂ ਚਾਰ ਟਰਮਸ ਦੇ ਵਿੱਚ ਪਹਿਲੀ ਟਰਮ ਤਾਂ ਹਮੇਸ਼ਾ ਆਪਾਂ ਨੂੰ ਗਿਵਨ ਹੁੰਦੀ ਹੈ ਨਾ। ਫਸਟ ਟਰਮ ਤਾਂ a ਹੀ ਹੈ, ਮਤਲਬ ਪਹਿਲੀ ਟਰਮ ਤਾਂ ਆਪਣੀ 10 ਆ ਗਈ। ਹੁਣ ਆਪਾਂ ਦੂਸਰੀ ਟਰਮ ਕੱਢਣੀ ਹੈ a2, ਉਹ ਕਿਸ ਤਰ੍ਹਾਂ ਕੱਢਾਂਗੇ, ਪਿਛਲੀ ਟਰਮ ਦੇ ਵਿੱਚ d ਜਿਹੜਾ ਦਿੱਤਾ ਹੋਇਆ ਉਹਨੂੰ ਐਡ ਕਰ ਦਈਏ, ਮਤਲਬ 10 + 10 = 20। ਥਰਡ ਟਰਮ ਕੱਢਣੀ ਹੈ ਤਾਂ ਮੈਂ ਪਿਛਲੀ ਟਰਮ ਦੇ ਵਿੱਚ ਜਿਹੜੀ ਮੇਰੀ ਇਸ ਤੋਂ ਪਿਛਲੀ ਟਰਮ ਹੈ, ਠੀਕ ਹੈ, ਇੱਥੇ ਲਿਖਦਾ ਵਾ a1 a2 ਚ ਪਿਛਲੀ ਟਰਮ ਦੇ ਵਿੱਚ ਡਿਫਰੈਂਸ ਨੂੰ ਐਡ ਕਰ ਦਿਓ ਤਾਂ ਉਹ ਬਣ ਗਈ 30। ਫੋਰਥ ਟਰਮ ਕੱਢਣੀ ਹੈ ਤਾਂ ਪਿਛਲੀ ਟਰਮ ਦੇ ਵਿੱਚ ਡਿਫਰੈਂਸ ਨੂੰ ਐਡ ਕਰ ਦਿਓ ਤਾਂ ਬਣ ਗਈ 40। ਸੋ AP ਕੀ ਬਣ ਰਹੀ ਹੈ, 10 20 30 and 40 is an AP। ਉਹਨੇ ਸਾਨੂੰ ਇੱਕ ਲਿਸਟ ਆਫ ਨੰਬਰਸ AP ਕੱਢਣ ਨੂੰ ਕਿਹਾ ਸੀ। A ਦਿੱਤਾ ਹੋਇਆ 10 ਤੇ ਡਿਫਰੈਂਸ ਦਿੱਤਾ ਹੋਇਆ D, ਕਿ ਹਰ ਵਾਰ ਤੁਸੀਂ 10 ਐਡ ਕਰਕੇ ਇੱਕ AP ਬਣਾਓ। ਸੋ ਆਪਾਂ AP ਬਣਾਤੀ। ਇਸ ਤੋਂ ਅੱਗੇ ਵੀ ਤੁਸੀਂ ਈਜ਼ੀਲੀ ਲਿਖ ਸਕਦੇ ਹੋ, ਇਸ ਤੋਂ ਅੱਗੇ 50 60 70 80 90 100 ਤੁਹਾਨੂੰ ਇੱਕ ਪੈਟਰਨ ਮਿਲ ਗਿਆ, ਠੀਕ ਹੈ। ਸੋ ਇਹ ਬਣ ਗਈ ਆਪਣੀ ਅਰਿਥਮੈਟਿਕ ਪ੍ਰੋਗਰੈਸ਼ਨ। ਸੈਕੰਡ ਕੇਸ ਦੇ ਵਿੱਚ ਆਪਾਂ AP ਬਣਾਣੀ ਹੈ। A ਦਿੱਤਾ ਹੋਇਆ -2, ਮਤਲਬ ਫਸਟ ਟਰਮ ਤਾਂ ਗਿਵਨ ਹੀ ਹੈ। ਸੈਕੰਡ ਟਰਮ ਕੱਢਣੀ ਹੈ ਤਾਂ ਫਸਟ ਟਰਮ ਦੇ ਵਿੱਚ ਕਾਮਨ ਡਿਫਰੈਂਸ ਨੂੰ ਐਡ ਕਰ ਦਿਓ, ਮਤਲਬ -2 + 0 ਉਹ ਬਣ ਜਾਏਗਾ -2। ਥਰਡ ਟਰਮ ਕਰਨੀ ਹੈ ਤਾਂ ਪਿਛਲੀ ਟਰਮ ਹੈ ਜਿਹੜੀ ਵੀ ਉਹਦੇ ਵਿੱਚ ਡਿਫਰੈਂਸ ਨੂੰ ਐਡ ਕਰਨਾ। ਫੋਰਥ ਟਰਮ ਕੱਢਣੀ ਹੈ, ਡਿਫਰੈਂਸ ਇਹਦੇ ਵਿੱਚ 2 ਸੀਗਾ 0 ਸੀਗਾ, ਸੋ ਹਰ ਵਾਰ ਆਪਣੇ ਕੋਲ ਕਿਹੜਾ ਨੰਬਰ ਆ ਰਿਹਾ, -2 -2 -2 ਸੋ ਇਟ ਇਜ਼ ਐਨ AP। ਥਰਡ ਕੇਸ ਦੇ ਵਿੱਚ ਦੇਖੋ A ਦਿੱਤਾ ਹੋਇਆ 4, D ਦਿੱਤਾ ਹੋਇਆ -3, ਇਹਦਾ ਮਤਲਬ ਫਸਟ ਟਰਮ ਤਾਂ ਗਿਵਨ ਹੈ = 4। ਸੈਕੰਡ ਟਰਮ ਕਿੱਦਾਂ ਕੱਢਣੀ ਹੈ ਆਪਾਂ, ਪਿਛਲੀ ਟਰਮ ਦੇ ਵਿੱਚ ਡਿਫਰੈਂਸ ਨੂੰ ਐਡ ਕਰਕੇ 4 ਦੇ ਵਿੱਚ -3 ਨੂੰ ਐਡ ਕਰਨਾ ਹੈ, +-3 + ਕੀ ਹੁੰਦਾ ਮਾਈਨਸ, ਸੋ ਇਹ ਬਣ ਗਿਆ 4 - 3 ਮਤਲਬ 1 ਆ ਗਿਆ। ਥਰਡ ਟਰਮ ਜਦੋਂ ਕੱਢਣੀ ਹੈ ਤਾਂ ਜਿਹੜੀ ਵੀ ਆਪਣੀ ਪਿਛਲੀ ਟਰਮ ਆਈ ਹੈ ਉਹਦੇ ਵਿੱਚ ਡਿਫਰੈਂਸ ਨੂੰ ਤੁਸੀਂ ਐਡ ਕਰਨਾ ਹੈ, ਪਲੱਸ ਕਰ ਦੇਣਾ -3 ਤਾਂ 1 - 3 ਕੀ ਬਣ ਜਾਏਗਾ -2। ਫੋਰਥ ਟਰਮ ਕੱਢਣੀ ਹੈ ਤਾਂ ਕਿਸ ਤਰ੍ਹਾਂ ਕੱਢਾਂਗੇ ਆਪਾਂ, -2 ਦੇ ਵਿੱਚ ਪਲੱਸ ਕਰ ਦੇਣਾ -3 -2 -3 ਇਹ ਬਣ ਜਾਏਗਾ -5। ਸੋ ਆਪਣੇ ਨੰਬਰਸ ਕੀ ਆਏ ਨੇ, 4 ਫਸਟ ਟਰਮ, ਸੈਕੰਡ ਟਰਮ आई है 1, फिर -2, फिर -5, सो इट इज एन AP। सो ਇਹਦਾ ਮਤਲਬ ਕਿ ਜਿਹੜਾ ਡਿਫਰੈਂਸ ਹੈ D ਉਹ ਪੋਜ਼ਿਟਿਵ ਵੀ ਹੋ ਸਕਦਾ ਹੈ, 0 ਵੀ ਹੋ ਸਕਦਾ ਹੈ, ਨੈਗੇਟਿਵ ਵੀ ਹੋ ਸਕਦਾ ਹੈ, ਠੀਕ ਹੈ। B ਦੀ ਹੈਲਪ ਨਾਲ ਤੇ A ਦੀ ਹੈਲਪ ਨਾਲ ਆਪਾਂ APs ਬਣਾ ਸਕਦੇ ਹਾਂ। ਹੁਣ ਆਪਣੇ ਕੋਲ ਕੁਐਸਚਨ ਹੈ ਜਿਹਦੇ ਵਿੱਚ ਆਪਾਂ ਨੂੰ ਕੁਝ ਲਿਸਟ ਦਿੱਤੀ ਹੋਈ ਹੈ ਨੰਬਰਸ ਦੀ, ਤੇ ਆਪਾਂ ਚੈੱਕ ਕਰਨਾ ਹੈ ਕਿ ਉਹ ਜਿਹੜੀ ਲਿਸਟ ਹੈ ਉਹ AP ਫਾਈਂਡ ਬਣਦੀ ਹੈ ਜਾਂ ਨਹੀਂ ਬਣਦੀ। ਹਾਂਜੀ ਸਟੂਡੈਂਟਸ ਦੇਖੋ, ਹੁਣ ਇਸ ਕੁਐਸਚਨ ਦੇ ਵਿੱਚ ਆਪਾਂ ਨੂੰ ਨੰਬਰਸ ਦੀ ਲਿਸਟ ਦਿੱਤੀ ਹੋਈ ਹੈ। ਉਹਨੇ ਕਿਹਾ ਫਾਈਂਡ ਵਿਚ ਆਫ ਦ ਫੋਲੋਇੰਗ ਫਾਰਮ ਇਨ AP, ਕਿ ਇਹ ਜਿਹੜੇ ਤੁਹਾਨੂੰ 2 ਦਿੱਤੇ ਹੋਏ ਨੇ ਇਹਨਾਂ ਦੇ ਵਿੱਚੋਂ ਕਿਹੜੀ ਲਿਸਟ ਹੈ ਜਿਹੜੀ AP ਬਣ ਰਹੀ ਹੈ, ਕਿਹੜੀ ਲਿਸਟ AP ਨਹੀਂ ਬਣ ਰਹੀ। AP ਕਦੋਂ ਬਣੂਗੀ, ਜਦੋਂ ਕਾਮਨ ਡਿਫਰੈਂਸ ਸੇਮ ਆਊਗਾ, ਫਿਕਸਡ ਨੰਬਰ ਆਏਗਾ, ਕਾਮਨ ਡਿਫਰੈਂਸ ਸੇਮ ਆਏਗਾ D। ਸੋ ਪਹਿਲੀ ਟਰਮ ਫਸਟ ਟਰਮ ਕੀ ਹੈ ਸਾਡੀ, ਜਿਹਨੂੰ ਆਪਾਂ A ਵੀ ਕਹਿੰਦੇ ਆ A1 ਵੀ ਕਹਿੰਦੇ ਆ, ਉਹ ਹੈ 3। ਸੈਕੰਡ ਟਰਮ ਹੈ A2 is 3 + √2। ਥਰਡ ਟਰਮ 3 + 2 √2 ਤੇ ਫੋਰਥ ਟਰਮ 3 + 3 √2। ਠੀਕ ਹੈ, ਚੈੱਕ ਕਰਨ ਲਈ ਕਿ AP ਹੈ ਜਾਂ ਨਹੀਂ, ਹਮੇਸ਼ਾ ਨੈਕਸਟ ਟਰਮ ਚੋਂ ਪਿਛਲੀ ਟਰਮ ਨੂੰ ਮਾਈਨਸ ਕਰ ਦਿੰਦੇ ਹੁੰਦੇ ਆ। ਸੋ A2 - A1 ਕਰ ਦਿੰਦੇ ਆਪਾਂ, 3 + √2 -3 +3 ਤੇ -3 ਨੇ ਇੱਕ ਦੂਜੇ ਨੂੰ ਕੈਂਸਲ ਕਰਤਾ, ਆਨਸਰ ਆ ਗਿਆ √2। A3 ਚੋਂ A2 ਮਾਈਨਸ ਕਰਾਂਗੇ, 3 - 2, ਸੋ 3 ਕਿੰਨਾ ਹੈ, 3 + 2 √2 ਮਾਈਨਸ ਸੈਕੰਡ ਟਰਮ ਕਿੰਨੀ ਹੈ, 3 + √2। ਇਹਨੂੰ ਸੋਲਵ ਕਰਦੇ ਹਾਂ, ਦੇਖੋ 3 + 2 √2 ਮਾਈਨਸ ਦਾ 3 ਮਾਈਨਸ ਪਲੱਸ ਮਾਈਨਸ √2, ठीक है। +3 - 3 ने एक दूसरे ने कैंसिल करता। 2 √2 - 1 √2 मतलब 2 पेंसिल्स - 1 पेंसिल
इज इक्वल्स टू 1 पेंसिल, है ना। सो 2√2 माइनस 1√2 कितना आंसर आया 1√2, या मैं इन्हू सिर्फ लिख सकती हूँ √2। सो A3 माइनस A2 भी मेरे को कितना आ गया √2। A4 माइनस A3 कट के देखते हैं। A4 कितना है 3 प्लस 3√2 माइनस A3 कितना है 3 प्लस 2√2। जो इनू खोलांगे ब्रैकेट नू माइनस द 3 माइनस प्लस माइनस 2√2। सो +3 -3 ने एक दूसरे ने कैंसिल कर दिता। 3 पेंसिल्स माइनस 2 पेंसिल्स कितना आंसर होया 1 पेंसिल। 3√2 माइनस 2√2 √2। सो A4 माइनस A3। सो हर केस दे विच साडे कोल जो डिफरेंस है वो √2 आ रहा है। √2 मतलब एक कॉमन डिफरेंस आ रहा है, एक फिक्स्ड नंबर आ रहा है हर बार। सो ये की रहेगी, ये जो लिस्ट ऑफ नंबर्स है इट फॉर्म्स एन AP विद B की वैल्यू कितनी है √2। सो हुण आपां सेकंड क्वेश्चन सॉल्व करते हैं। सेकंड क्वेश्चन देखो, A दिता होया 0.2 या मैं इन्हू कहदा A1। A की है सेकंड टर्म A2, थर्ड टर्म A3, फोर्थ टर्म A4। सो आप करते हैं A2 माइनस A1। A2 मतलब 0.22 चो माइनस कर दिए 0.2। A2 चो माइनस करिए A1 0.22 चो तुसी पॉइंट के नीचे पॉइंट माइनस करो 0.02 आंसर आ गया। सो 0.02। A3 माइनस A2 करो। A3 हैगा 0.222 माइनस A2 हैगा 0.22। इन्होंने माइनस करके देख लो, 2 नीचे आ जाएगा। 2 माइनस 2 0, 2 माइनस 2 0.0। सो कितना आ गया 0.002। नेक्स्ट केस दे विच A4 माइनस A3 करांगे। 0.2222 माइनस 0.222 माइनस करके आंसर आ जाएगा 0.000। सो हर केस दे विच साडे कोल अलग नंबर आ रहे हैं, ठीक है। हर केस दे विच अलग नंबर आ रहा है, इत्थे हर केस दे विच फिक्स्ड नंबर आ रहा सी। सो इहदे विच साडे कोल कोई कॉमन डिफरेंस नहीं आ रहा, कोई एक फिक्स्ड नंबर नहीं आ रहा। सो इट इज नॉट एन AP। सो ये ਜਿਹੜੇ क्वेश्चन ने जिवें आ डेसिमल वाला क्वेश्चन आ गया सी या रूट वाले क्वेश्चन ने, इन्हां नूं सॉल्व करके देखना है कि तुहानूं रूट या डेसिमल सॉल्व करने आंदे ने। ये क्वेश्चन देखण च ईजी लगदे ने पर इन्हां च मिसटेक होने का चांस हुंदा है। सो कोशिश करना कि इन्हां ध्यान नाल सॉल्व करके देखियो कि AP बन रही है या AP नहीं बन रही। सो एक होर इदां दा क्वेश्चन आपां देखदे हां जिहदे विच आपां नूं लिस्ट नूं देख के इस तरह लगूगा कि AP बन तां रही है कि सेम नंबर ही तां बन रहा, लेकिन जदों आपां नूं सॉल्व करके देखांगे तां वो AP नहीं बनदी। हाँ जी स्टूडेंट्स देखो, हुण अपने कोल लिस्ट ऑफ नंबर्स है। जो आप इन्हें देखते अपन लग रहा है कि AP बन रही है क्योंकि हर बार इतने A है, फिर A स्क्वेयर बन गया है ना, इतने A ही तो मल्टीप्लाई हो रहा है, फिर इतने A क्यूब बन रहा है, हर बार एक पैटर्न जा लग रहा है। पर आप इन्हें सॉल्व करके देखते हैं कि AP बनता है कि नहीं। फर्स्ट टर्म की होगी अपनी A अपनी फर्स्ट टर्म होगी, सेकेंड टर्म आ थर्ड टर्म आ फोर्थ टर्म। सो आप की करते होंगे सेकेंड टर्म चों A1 माइनस करांगे, A स्क्वेयर चों A नू माइनस करते हैं। हुण A स्क्वेयर चों असीं A नू माइनस किवें करदे हुंदे हां, A नू कॉमन लै लैना, मतलब एक A इहदे चों बाहर कढ लिया, एक A इहदे चों बाहर कढ लिया। सो इहदे कोल 2 A सी, इहदे कोल किन्ने बच गए, एक A बच गया। इहदे कोल तां एक ही A सी, सो ये आ गया A -1। नैक्सट करते हैं A3 माइनस A2, A3 माइनस A2। दोबारा हुण आपां A3 चो A2 माइनस नहीं कर सकते क्योंकि ये पेंसिल्स ने, ये एप्पल्स ने। A क्यूब अलग चीज़ है, A स्क्वेयर अलग चीज़ है। जे मेरे को हुंदा 3A क्यूब माइनस 2A क्यूब, फिर मैं माइनस कर सकती सी क्योंकि A क्यूब है, इत्थे भी A क्यूब है। लेकिन 3A क्यूब ते 2A स्क्वेयर नूं मैं माइनस नहीं कर सकती, ये चीज़ याद रखना। सो हुण इत्थे A क्यूब है, इत्थे A स्क्वेयर है, इनू आपां सॉल्व किद्दां करांगे, कॉमन कढ लांगे, ठीक है। इहदे कोल 3 A ने, इहदे कोल 2 A ने,
सो मैं 2a कॉमन कढ ले, ਇਹਦੇ ਕੋਲ ਕਿੰਨੇ a ਰਹਿ ਗਏ, ਸਿਰਫ ਇੱਕ, ਤੇ ਇਹਦੇ ਕੋਲ, ठीक है। सो a माइनस 1 ਇੱਥੇ ਬਣ ਗਿਆ a ਸਕੁਅਰ a ਮਾਈਨਸ 1, a4 ਮਾਈਨਸ a3 ਕਰਦੇ ਹਾਂ ਜਦੋਂ ਆਪਾਂ ਕਾਮਨ ਕੱਢਾਂਗੇ। ਸੋ ਹਰ ਕੇਸ ਦੇ ਵਿੱਚ ਆਪਣੇ ਕੋਲ ਇੱਕ ਅਲੱਗ ਵੈਲਿਊ ਆ ਰਹੀ ਹੈ, ਆਪਣੇ ਕੋਲ ਕੋਈ ਵੀ ਇੱਕ ਫਿਕਸਡ ਨੰਬਰ ਨਹੀਂ ਆ ਰਿਹਾ, ਹਰ ਕੇਸ ਦੇ ਵਿੱਚ ਅਲੱਗ ਵੈਲਿਊ ਆ ਰਹੀ ਹੈ। ਸੋ ਇਟ ਇਜ਼ ਨਾਟ ਐਨ 80। ਸਿਮਿਲਰਲੀ ਹੁਣ ਜਿਹੜੀ ਦੂਸਰੀ ਐਗਜ਼ਾਮਪਲ ਹੈ ਉਹਨੂੰ ਦੇਖਦੇ ਹਾਂ। ਇੱਥੇ 2√2 ਹੈ, ਇੱਥੇ √2 ਹੈ, ਇੱਥੇ √8 ਹੈ, ਇੱਥੇ √18 ਹੈ, √32 ਹੈ। देखने च लग रहा है कि नहीं इन्हें उसका गैप बहुत ज़्यादा नहीं बन रही AP, लेकिन आप इन्हें सॉल्व करते हैं। सो फर्स्ट टर्म हैगी अपने को √2, a2 माइनस a1 करते हैं सैकेंड टर्म चो, पहली टर्म माइनस √8 माइनस √2, √8 नू 8 दे फैक्टर्स बनाने हैं 2 4 2, मतलब √8 कितना बन गया, ठीक है, 2 2 4 4 2 8। ਇਹਦੇ ਵਿੱਚੋਂ ਮੈਂ ਪੇਅਰ ਇੱਕ ਨੂੰ ਬਾਹਰ ਕੱਢ ਸਕਦੀ ਹਾਂ, ਤਾਂ ਇਹ ਕੀ ਬਣ ਜਾਏਗਾ 2√2 ਮਾਈਨਸ √2, ठीक है, 2 pencils माइनस 1 pencil। सो 2√2 माइनस √2 की बन जाएगा 1√2। सो a2 माइनस a1 बन गया √2। a3 माइनस a2 करके देखते हैं, a3 कितना है √18 माइनस √8, √8 तो सानू पता है 2√2 बनेगा, 18 दे फैक्टर्स बना के देखते हैं, ठीक है। सो ये की बन गया 3 × 3 × 2, तो आ एक पेयर बाहर आ जाएगा। सो बन गया 3, अंदर रह गया √2 माइनस 2√2। सो इन्हें जो आप सॉल्व करांगे बन जाएगा √2। सिमिलरली a4 माइनस a2 में सॉल्व करते हैं, ये आ जाएगा √30 माइनस √18, √32 ਨੂੰ ਜਦੋਂ ਤੁਸੀਂ ਲਿਖੋਗੇ ਸੋਲਵ ਕਰਕੇ ਇਹ ਬਣ ਜਾਏਗਾ 4√2, ਇਹਨੂੰ ਅਸੀਂ ਸੋਲਵ ਕੀਤਾ ਹੈ 3√2। ਸੋ ਅਗੇਨ ਆਨਸਰ ਆ ਗਿਆ √2। ਸੋ ਹਰ ਕੇਸ ਦੇ ਵਿੱਚ ਇੱਕ ਕਾਮਨ ਡਿਫਰੈਂਸ ਆ ਰਿਹਾ, मतलब एक फिक्स्ड नंबर है। सो ये जिहड़ी लिस्ट है नंबर्स दी, इट विल फॉर्म एन ए। सो ये जिहड़ी लिस्ट है एक AP बनाएगी। अंडर रूट वाले क्वेश्चंस नूं ध्यान ना करना है, स्क्वेयर वाले क्वेश्चंस नूं ध्यान ना करना। सो हुण इस तरह दे तुहाडी एक्सरसाइज दे विच छोटे छोटे क्वेश्चंस दिते ने जिन्हां दी तुसीं प्रैक्टिस करनी। AP दे विच फॉर्मूला बहुत सौखा है, a2 माइनस a1 करना है, हमेशा नैक्सट टर्म चो पिछली टर्म माइनस करनी है, अगे वाली टर्म चो पिछली टर्म माइनस करनी है। फॉर्मूला बहुत ईजी है, इंपॉर्टेंट है इत्थे कैलकुलेशन करनी भी। तुहानूं अंडर रूट सॉल्व करने आउंदे होने चाहिए, तुहानूं पावर सॉल्व करनी आउंदी होनी चाहिए। सो कैलकुलेशन की प्रैक्टिस तुसीं जरूर करनी है। उहदे लई तुहाडी एक्सरसाइज दे विच बहुत सारे क्वेश्चन दिते हुए ने। इस तो अगे जो असीं AP दे बारे पढ़ांगे नैक्सट लैक्चर दे वे, उदों तक दे लई तुसीं AP दे क्वेश्चंस दी प्रैक्टिस जरूर करके रखनी है, ताकि अगे जाके तुहाडे लई कैलकुलेशनस करनियां ने जिहड़ियां ईजी हो जाए। सो इस तो अगे असीं पढ़ांगे साडे नैक्सट लैक्चर दे विच। थैंक यू।